ਪਿਆਰੇ ਬੱਚੋ, ਸਤਿ ਸ੍ਰੀ ਅਕਾਲ। ਅੱਜ ਆਪਾਂ ਜਮਾਤ 9ਵੀਂ ਭਾਗ ਦੂਜਾ ਲੋਕ ਕਹਾਣੀਆਂ ਪੜ੍ਹਾਂਗੇ। ਪਰਿਭਾਸ਼ਾ। ਭਾਗ ਦੂਜਾ ਲੋਕ ਕਹਾਣੀ, ਪਰਿਭਾਸ਼ਾ ਤੇ ਰੂਪ। ਲੋਕ ਕਹਾਣੀ ਕਿਸੇ ਮਨੁੱਖੀ ਸਮੂਹ ਦੇ ਸੱਭਿਆਚਾਰ ਦੀ ਅੰਦਰੂਨੀ ਦਸ਼ਾ ਨੂੰ ਦਰਸਾਉਂਦੀ ਹੈ। ਲੋਕ ਕਹਾਣੀ ਦੱਸਦੀ ਹੈ ਕਿ ਕਿਸੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਦਾ ਅਸਲੀ ਰੂਪ ਕੀ ਹੈ। ਪੰਜਾਬੀ ਲੋਕ ਸੱਭਿਆਚਾਰ ਵਿੱਚ ਲੋਕ ਕਹਾਣੀ ਲਈ ਵਧੇਰੇ ਪ੍ਰਚਲਿਤ ਸ਼ਬਦ ਬਾਤ ਹੈ। ਪੰਜਾਬੀ ਵਿਅਕਤੀ ਦਾ ਬਚਪਨ ਦਾਦੀ ਨਾਨੀ ਦੁਆਰਾ ਪਾਈਆਂ ਸੁਣਾਈਆਂ ਬਾਤਾਂ ਵਿੱਚ ਗੁਜ਼ਰਦਾ ਹੈ। ਇਹ ਬਾਤਾਂ ਵੱਖ-ਵੱਖ ਰੂਪਾਂ ਵਿੱਚ ਕਹਾਣੀ ਰਸ ਨਾਲ ਭਰਪੂਰ ਮਨੋਰੰਜਨ ਕਰਦੀਆਂ ਹਨ, ਪਰ ਇਹਨਾਂ ਵਿੱਚ ਕੇਵਲ ਮਨੋਰੰਜਨ ਹੀ ਨਹੀਂ ਸਗੋਂ ਨੈਤਿਕ ਉਪਦੇਸ਼, ਕਦਰਾਂ ਕੀਮਤਾਂ, ਜੀਵਨ ਦਾ ਵਰਤ ਵਿਹਾਰ, ਅਨੁਭਵ, ਜੀਵਨ ਦੀਆਂ ਹਕੀਕਤਾਂ, ਅਟਲ ਸੱਚਾਈਆਂ, ਇਤਿਹਾਸ, ਮਨੁੱਖੀ ਕਮਜ਼ੋਰੀਆਂ, ਮਨੁੱਖੀ ਰਿਸ਼ਤੇ ਤੇ ਪ੍ਰਕਿਰਤੀ ਦੀ ਅਸਲੀਅਤ ਆਦਿ ਬਾਰੇ ਵੀ ਗੱਲ ਕੀਤੀ ਜਾਂਦੀ ਹੈ। ਇੰਜ ਬਾਤ ਲੋਕ ਗਿਆਨ ਦਾ ਖਜ਼ਾਨਾ ਹੁੰਦੀ ਹੈ। ਇਸ ਲੋਕ ਗਿਆਨ ਨੂੰ ਬਿਰਤਾਂਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਿਰਤਾਂਤ ਕਿਸੇ ਵਾਪਰੀ ਘਟਨਾ ਨੂੰ ਬਿਆਨ ਕਰਨ ਦੀ ਜੁਗਤ ਹੈ। ਸੋ ਲੋਕ ਕਹਾਣੀ ਨੂੰ ਲੋਕ ਮਨ ਦਾ ਬਿਰਤਾਂਤ ਕਿਹਾ ਜਾ ਸਕਦਾ ਹੈ। ਬਿਰਤਾਂਤ ਹੋਣ ਕਰਕੇ ਹੀ ਇਸ ਵਿੱਚ ਵਕਤਾ ਕਹਾਣੀ ਸੁਣਾਉਣ ਵਾਲਾ ਤੇ ਸਰੋਤਾ ਕਹਾਣੀ ਸੁਣਨ ਵਾਲਾ ਦੀ ਹਾਜ਼ਰੀ ਲਾਜ਼ਮੀ ਹੁੰਦੀ ਹੈ। ਲੋਕ ਕਹਾਣੀ ਦਾ ਆਨੰਦ ਇਸ ਨੂੰ ਸੁਣਨ ਵਿੱਚ ਲੁਕਿਆ ਹੋਇਆ ਹੈ। ਵਕਤਾ ਬਾਤਕਾਰ ਦੇ ਰੂਪ ਵਿੱਚ ਸਰੋਤੇ ਦੀ ਹਾਜ਼ਰੀ ਨੂੰ ਪੱਕਿਆਂ ਕਰਨ ਲਈ ਹੁੰਗਾਰੇ ਦੀ ਮੰਗ ਰੱਖਦਾ ਹੈ। ਜਦੋਂ ਬਾਤ ਪਾਈ ਜਾਂਦੀ ਹੈ ਤਾਂ ਸੁਣਨ ਵਾਲਿਆਂ ਵਿੱਚੋਂ ਇੱਕ ਜਣਾ ਹੂੰ, ਫੇਰ, ਅੱਛਾ ਆਦਿ ਸ਼ਬਦ ਬੋਲ ਕੇ ਸਰੋਤਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਈ ਰੱਖਦਾ ਹੈ। ਇਸ ਤੋਂ ਹੀ ਸਰੋਤੇ ਦੀ ਦਿਲਚਸਪੀ ਦਾ ਪਤਾ ਲੱਗਦਾ ਹੈ। ਇਸੇ ਰੂਪ ਵਿੱਚ ਹੀ ਲੋਕ ਕਹਾਣੀ ਇੱਕ ਪਾਸੜ ਬਿਆਨ ਨਾ ਹੋ ਕੇ ਦੁਵੱਲੜੀ ਖੇਲ ਬਣ ਜਾਂਦੀ ਹੈ। ਲੋਕ ਕਹਾਣੀ ਸੁਣੀ ਹੀ ਨਹੀਂ ਜਾਂਦੀ ਸਗੋਂ ਸਰੋਤੇ ਨੂੰ ਕਹਾਣੀ ਦੇ ਬਿਰਤਾਂਤ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਅਜਿਹੀ ਸ਼ਮੂਲੀਅਤ ਨਾਲ ਸਰੋਤਾ ਵਿਵਹਾਰਕ ਗਿਆਨ ਨੂੰ ਗ੍ਰਹਿਣ ਕਰਦਾ ਹੈ। ਵਿਦਿਆਰਥੀਆਂ ਨੂੰ ਪੰਜਾਬੀ ਲੋਕ ਕਹਾਣੀਆਂ ਦੇ ਭਰਪੂਰ ਖਜ਼ਾਨੇ ਵਿੱਚੋਂ ਕੁਝ ਕੁ ਲੋਕ ਕਹਾਣੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਨੀਤੀ ਕਥਾਵਾਂ। ਹੁਣ ਅਸੀਂ ਪੜ੍ਹਾਂਗੇ ਨੀਤੀ ਕਥਾਵਾਂ ਕੀ ਹੁੰਦੀਆਂ ਹਨ। ਲੋਕ ਕਥਾਵਾਂ ਦੀਆਂ ਅਨੇਕਾਂ ਵਿਅੰਗਨੀਆਂ ਵਿੱਚੋਂ ਨੀਤੀ ਕਥਾਵਾਂ ਦਾ ਵਿਸ਼ੇਸ਼ ਸਥਾਨ ਹੈ। ਇਸ ਵਿਅੰਗਨੀ ਦੀਆਂ ਕਹਾਣੀਆਂ ਲਈ ਤੰਤਰ ਕਥਾ ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ। ਪ੍ਰਾਚੀਨ ਗ੍ਰੰਥ ਪੰਚਤੰਤਰ ਤੇ ਹਿਤੋਪਦੇਸ਼ ਵਿੱਚ ਅਨੇਕ ਪ੍ਰਕਾਰ ਦੀਆਂ ਨੀਤੀ ਕਥਾਵਾਂ ਸ਼ਾਮਲ ਹਨ। ਕਥਾ ਸਾਹਿਤ ਸਾਗਰ ਨਾਂ ਦੇ ਗ੍ਰੰਥ ਵਿੱਚੋਂ ਵੀ ਇਸ ਪ੍ਰਕਾਰ ਦੀਆਂ ਕਥਾਵਾਂ ਦੇ ਨਮੂਨੇ ਤਲਾਸ਼ੇ ਜਾ ਸਕਦੇ ਹਨ। ਨੀਤੀ ਕਥਾਵਾਂ ਦਾ ਸੰਬੰਧ ਨੀਤੀ ਵਿਦਿਆ ਨਾਲ ਹੈ। ਨੀਤੀ ਤੋਂ ਭਾਵ ਕੁਝ ਵਿਸ਼ੇਸ਼ ਨੁਕਤੇ, ਚਾਲਾਂ, ਜੁਗਤਾਂ ਦਾ ਗਿਆਨ। ਇਹ ਉਸ ਕਿਸਮ ਦਾ ਗਿਆਨ ਹੁੰਦਾ ਹੈ ਜੋ ਵਿਵਹਾਰਕ ਸੰਕਟ, ਸਮੱਸਿਆ, ਕਠਿਨਾਈ ਮੌਕੇ ਮਦਦਗਾਰ ਸਾਬਤ ਹੁੰਦਾ ਹੈ। ਇੰਜ ਉਹ ਕਥਾਵਾਂ ਜਿਨ੍ਹਾਂ ਜ਼ਰੀਏ ਪਾਠਕਾਂ ਸਰੋਤਿਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਕਠਿਨਾਈਆਂ, ਮੁਸ਼ਕਿਲਾਂ ਪ੍ਰਤੀ ਕੁਝ ਚਾਲਾਂ, ਜੁਗਤਾਂ, ਨਿਯਮਾਂ ਆਦਿ ਸਮਝਾਉਣ ਦਾ ਸੁਨੇਹਾ ਦਿੱਤਾ ਜਾਵੇ, ਨੀਤੀ ਕਥਾਵਾਂ ਅਖਵਾਉਂਦੀਆਂ ਹਨ। ਨੀਤੀ ਸ਼ਾਸਤਰ ਵਿੱਚ ਸਮਾਜ ਤੇ ਰਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਨਿਯਮ ਦਰਜ ਹਨ। ਨੀਤੀ ਕਥਾ ਇੱਕ ਪ੍ਰਕਾਰ ਦੀ ਉਪਦੇਸ਼ਨੁਮਾ ਕਥਾ ਹੁੰਦੀ ਹੈ ਜਿਸ ਵਿੱਚ ਉਪਦੇਸ਼ ਸਿੱਧਾ ਨਹੀਂ ਸਗੋਂ ਟੋਢੇ ਢੰਗ ਨਾਲ ਦਿੱਤਾ ਜਾਂਦਾ ਹੈ। ਇਸ ਲਈ ਉਤਸੁਕਤਾ ਵੀ ਬਣੀ ਰਹਿੰਦੀ ਹੈ। ਕਹਾਣੀ ਰਸ ਅਤੇ ਮਨੋਰੰਜਨ ਦੇ ਲੱਛਣ ਕਥਾ ਨੂੰ ਹੋਰ ਨਿਖਾਰਦੇ ਹਨ। ਇਸ ਕਥਾ ਵਿੱਚ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਨੂੰ ਨੈਤਿਕ ਸਿੱਖਿਆ ਰਾਹੀਂ ਹੱਲ ਕਰਨ ਦੇ ਢੰਗ ਤਰੀਕੇ ਦੱਸੇ ਜਾਂਦੇ ਹਨ। ਨੀਤੀ ਕਥਾਵਾਂ ਦੇ ਪਾਤਰ ਮਨੁੱਖ, ਪਸ਼ੂ, ਪੰਛੀ, ਜਾਨਵਰ, ਬੇਜਾਨ ਵਸਤੂਆਂ ਆਦਿ ਹੁੰਦੇ ਹਨ। ਇਹ ਸਾਰੇ ਪਾਤਰ ਮਨੁੱਖਾਂ ਵਾਂਗ ਹਰਕਤਾਂ ਕਰਦੇ, ਬੋਲਦੇ, ਸੁਣਦੇ ਪ੍ਰਤੀਤ ਹੁੰਦੇ ਹਨ। ਇਹ ਲੜਦੇ, ਝਗੜਦੇ, ਦੋਸਤੀਆਂ, ਦੁਸ਼ਮਣੀਆਂ ਪਾਲਦੇ ਨਜ਼ਰ ਆਉਂਦੇ ਹਨ। ਇਹਨਾਂ ਕਥਾਵਾਂ ਬਾਰੇ ਇਹ ਕਿਆਸ ਕੀਤਾ ਜਾਂਦਾ ਹੈ ਕਿ ਪੁਰਾਤਨ ਸਮੇਂ ਰਾਜੇ ਮਹਾਰਾਜਿਆਂ ਤੇ ਰਾਜਕੁਮਾਰਾਂ ਨੂੰ ਰਾਜ ਘਰਾਣਿਆਂ ਨੂੰ ਚਲਾਉਣ ਦੇ ਢੰਗ ਤਰੀਕੇ ਦੱਸਣ ਲਈ ਇਸ ਪ੍ਰਕਾਰ ਦੀਆਂ ਕਥਾਵਾਂ ਘੜੀਆਂ ਜਾਂਦੀਆਂ ਸਨ। ਇਹਨਾਂ ਕਥਾਵਾਂ ਵਿੱਚ ਮਨੁੱਖੀ ਸੁਭਾਅ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਜਾਂਦਾ ਸੀ। ਜ਼ਿੰਦਗੀ ਦੇ ਵਿਭਿੰਨ ਸੂਤਰ ਸਮਝਾਏ ਜਾਂਦੇ ਸਨ। ਅਜੋਕੇ ਸਮੇਂ ਵਿੱਚ
ਚਾਣਕਿਆ ਨੀਤੀ ਬਾਰੇ ਫਿਰ ਤੋਂ ਚਰਚਾ ਸ਼ੁਰੂ ਹੋਣਾ ਇਸ ਦਾ ਪੱਕਾ ਪ੍ਰਮਾਣ ਹੈ ਕਿ ਕਠਿਨਾਈ ਮੌਕੇ ਅਜਿਹੀਆਂ ਨੀਤੀਆਂ ਕਿੰਨੇ ਕੰਮ ਦੀਆਂ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਕਥਾਵਾਂ ਵਿੱਚ ਨੀਤੀ ਸੂਤਰ ਸਮਝਾਏ ਜਾਂਦੇ ਹਨ। ਇਹ ਸੂਤਰ ਕਥਾ ਦੇ ਅੰਤ 'ਤੇ ਸਪਸ਼ਟ ਹੁੰਦੇ ਹਨ, ਪਰ ਕਈ ਵਾਰ ਇਹ ਸੂਤਰ ਕਥਾ ਦੇ ਸ਼ੁਰੂਆਤ ਤੋਂ ਹੀ ਉਘੜਨੇ ਸ਼ੁਰੂ ਹੋ ਜਾਂਦੇ ਹਨ ਤੇ ਹੌਲੀ-ਹੌਲੀ ਸਪਸ਼ਟ ਰੂਪ ਧਾਰ ਲੈਂਦੇ ਹਨ। ਪੰਜਾਬੀ ਦੀ ਨੀਤੀ ਕਥਾਵਾਂ ਦੇ ਬਾਲ ਸਾਹਿਤ ਨੂੰ ਵੀ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੀਤੀ ਕਥਾਵਾਂ ਬਾਲ ਮਨ ਨੂੰ ਵਧੇਰੇ ਟੁੰਬਦੀਆਂ ਹਨ। ਇਹ ਕਥਾਵਾਂ ਮੁੱਢਲੀ ਅਵਸਥਾ ਤੋਂ ਹੀ ਜ਼ਿੰਦਗੀ ਜਿਉਣ ਦੇ ਚੱਜ ਵਿਵਹਾਰ ਸਿਖਾਉਂਦੀਆਂ ਹਨ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਚੰਦਰੀ ਸੰਗਤ, ਸ਼ੇਰ ਤੇ ਬਾਂਦਰ, ਟਾਹਲੀ ਮੇਰੇ ਬੱਚੇ, ਰਾਜੇ ਦਾ ਕਸੂਰ ਤੇ ਸੱਚ ਦਾ ਨਿਤਾਰਾ ਆਦਿ ਨੀਤੀ ਕਥਾਵਾਂ ਵੰਨਗੀ ਵਜੋਂ ਚੁਣੀਆਂ ਗਈਆਂ ਹਨ। ਅੱਜ ਆਪਾਂ ਚੰਦਰੀ ਸੰਗਤ ਨੀਤੀ ਕਥਾ ਪੜ੍ਹਾਂਗੇ। ਇੱਕ ਵਾਰ ਦੀ ਗੱਲ ਹੈ, ਇੱਕ ਦਰਖਤ 'ਤੇ ਕਾਂ ਤੇ ਹੰਸ ਰਿਹਾ ਕਰਦੇ ਸਨ। ਦੋਵਾਂ ਦੇ ਸੁਭਾਅ ਵੱਖ-ਵੱਖ ਸਨ। ਕਾਂ ਦੁਸ਼ਟ ਸੁਭਾਅ ਦਾ ਹੋਣ ਕਰਕੇ ਕਦੇ ਜ਼ਖਮੀ ਪਸ਼ੂਆਂ ਨੂੰ ਡੂੰਘਾ ਮਾਰਦਾ ਤੇ ਕਦੀ ਬੱਚਿਆਂ ਦੇ ਹੱਥੋਂ ਚੀਜ਼ ਖੋਹ ਕੇ ਉੱਡ ਜਾਂਦਾ, ਜਦੋਂ ਕਿ ਹੰਸ ਸ਼ਾਂਤ ਸੁਭਾਅ ਦਾ ਸੀ। ਉਹ ਹਮੇਸ਼ਾ ਕਾਂ ਨੂੰ ਨੇਕ ਬਣਨ ਦੀ ਸਲਾਹ ਦਿੰਦਾ ਤੇ ਸਮਝਾਉਂਦਾ, ਭਈ ਕਾਵਾਂ ਇੰਜ ਨਾ ਕਰਿਆ ਕਰ, ਪਰ ਕਾਂ ਕੋਈ ਅਮਲ ਨਾ ਕਰਦਾ। ਇਕੱਠੇ ਰਹਿ ਕਰਨ ਕਰਕੇ ਦੋਹਾਂ ਦੀ ਦੋਸਤੀ ਸੀ। ਇਸ ਕਰਕੇ ਕਾਂ ਦੀਆਂ ਮਾੜੀਆਂ ਹਰਕਤਾਂ ਦੇ ਬਾਵਜੂਦ ਵੀ ਉਹ ਉਸ ਨੂੰ ਹਰ ਵਾਰ ਮਾਫ਼ ਕਰ ਦਿੰਦਾ। ਇੱਕ ਵਾਰ ਕੋਈ ਮੁਸਾਫਰ ਉਸ ਦਰਖਤ ਕੋਲੋਂ ਲੰਘਿਆ ਜਿਸ ਦਰਖਤ 'ਤੇ ਉਹ ਦੋਵੇਂ ਰਹਿੰਦੇ ਸਨ। ਗਰਮੀ ਹੋਣ ਕਰਕੇ ਮੁਸਾਫਰ ਨੇ ਪਲ ਭਰ ਆਰਾਮ ਕਰਨ ਲਈ ਦਰਖਤ ਹੇਠ ਸੌਣ ਦਾ ਮਨ ਬਣਾਇਆ। ਠੰਡੀ ਹਵਾ ਚੱਲ ਰਹੀ ਸੀ। ਉਹ ਝੱਟ ਹੀ ਡੂੰਘੀ ਨੀਂਦਰ ਸੌ ਗਿਆ। ਥੋੜ੍ਹੀ ਦੇਰ ਬਾਅਦ ਰੁੱਖ ਦੀ ਪਰਛਾਈ ਬਦਲਣ ਕਾਰਨ ਮੁਸਾਫਰ ਦੇ ਮੂੰਹ 'ਤੇ ਧੁੱਪ ਪੈਣ ਲੱਗੀ। ਹੰਸ ਨੇ ਜਿਉਂ ਹੀ ਦੇਖਿਆ ਕਿ ਮੁਸਾਫਰ ਦੇ ਮੂੰਹ 'ਤੇ ਧੁੱਪ ਪੈ ਰਹੀ ਹੈ, ਉਸਨੇ ਮਨ 'ਚ ਸੋਚਿਆ, ਵਿਚਾਰਾ ਧੁੱਪੇ ਸੁੱਤਾ ਪਿਆ ਹੈ, ਕਿਉਂ ਨਾ ਟਹਿਣੀ ਓਹਲੇ ਖੰਭ ਪਸਾਰ ਕੇ ਬੈਠ ਜਾਵਾਂ, ਉਹ ਧੁੱਪ ਤੋਂ ਬਚ ਜਾਏਗਾ। ਉਸਨੇ ਅਜਿਹਾ ਕੀਤਾ ਤੇ ਮੁਸਾਫਰ ਕੁੱਕ ਸੁੱਤਾ ਰਿਹਾ। ਕਾਂ ਹੰਸ ਦਾ ਪਰਉਪਕਾਰੀ ਸੁਭਾਅ ਦੇਖ ਕੇ ਖਿਝਣ ਲੱਗਿਆ ਤੇ ਸ਼ਰਾਰਤਾਂ ਸੋਚਣ ਲੱਗਿਆ। ਉਸਨੇ ਦੇਖਿਆ ਕਿ ਮੁਸਾਫਰ ਮੂੰਹ ਅੱਡ ਕੇ ਕੂਕ ਸੁੱਤਾ ਪਿਆ ਹੈ, ਸੋ ਉਸਨੇ ਆਪਣੇ ਦੁਸ਼ਟ ਸੁਭਾਅ ਕਾਰਨ ਮੁਸਾਫਰ ਦੇ ਮੂੰਹ ਵਿੱਚ ਬਿੱਠ ਕਰ ਦਿੱਤੀ ਤੇ ਉੱਡ ਕੇ ਨਾਲ ਦੇ ਦਰਖਤ 'ਤੇ ਜਾ ਬੈਠਾ। ਮੁਸਾਫਰ ਘਬਰਾ ਕੇ ਜਦੋਂ ਉੱਠਿਆ, ਉਸਨੇ ਮੂੰਹ ਸਾਫ਼ ਕਰਕੇ ਜਦੋਂ ਦਰਖਤ ਵੱਲ ਨਿਗਾਹ ਮਾਰੀ ਤਾਂ ਉਸਨੇ ਦੇਖਿਆ ਕਿ ਹੰਸ ਦਰਖਤ 'ਤੇ ਬੈਠਾ ਏ। ਮੁਸਾਫਰ ਨੇ ਸਮਝਿਆ ਕਿ ਹੰਸ ਨੇ ਉਸਦੇ ਮੂੰਹ 'ਚ ਬਿੱਠ ਕੀਤੀ ਹੈ। ਉਹਨੇ ਗੁੱਸੇ 'ਚ ਆ ਕੇ ਝੱਟ ਹੀ ਛੁਰੀ ਨਾਲ ਹੰਸ ਨੂੰ ਫੁੰਡ ਦਿੱਤਾ। ਹੰਸ ਤੜਫ ਤੜਫ ਕੇ ਥੱਲੇ ਡਿੱਗ ਪਿਆ। ਕਾਂ ਨਾਲ ਦੇ ਦਰਖਤ 'ਤੇ ਬੈਠਾ ਸਭ ਕੁਝ ਵੇਖਦਿਆਂ ਮੁਸਕਰਾਉਂਦਾ ਰਿਹਾ। ਜਦੋਂ ਮੁਸਾਫਰ ਨੇ ਹੰਸ ਨੂੰ ਫੜਿਆ ਤਾਂ ਉਸਦੀਆਂ ਅੱਖਾਂ ਵਿੱਚੋਂ ਨਿਰਦੋਸ਼ਤਾ ਝਲਕਣ ਲੱਗੀ। ਹੰਸ ਦੀਆਂ ਦੋਵੇਂ ਅੱਖਾਂ ਟਿਕਟਿਕੀ ਬੰਨ੍ਹੀਆਂ ਦੇਖਦੀਆਂ ਰਹੀਆਂ। ਥੋੜ੍ਹੀ ਦੇਰ ਬਾਅਦ ਉਹ ਹਮੇਸ਼ਾ ਲਈ ਬੰਦ ਹੋ ਗਈਆਂ। ਹੰਸ ਦੀ ਤੱਕਣੀ ਵਿੱਚ ਇੱਕ ਸੁਨੇਹਾ ਸੀ, ਭੈੜੀ ਸੰਗਤ ਨੇ ਮੈਨੂੰ ਮਰਵਾ ਦਿੱਤਾ। ਕਾਂ ਚੁੱਪਚਾਪ ਵੇਖਦਾ ਰਿਹਾ। ਹੁਣ ਆਪਾਂ ਅਭਿਆਸ ਦੇ ਪ੍ਰਸ਼ਨ ਕਰਾਂਗੇ। ਪਹਿਲਾ ਪ੍ਰਸ਼ਨ, ਚੰਦਰੀ ਸੰਗਤ ਨੀਤੀ ਕਥਾ ਦਾ ਸਾਰ। ਇੱਕ ਵਾਰ ਇੱਕ ਦਰਖਤ 'ਤੇ ਹੰਸ ਤੇ ਕਾਂ ਰਹਿੰਦੇ ਸਨ। ਦੋਵਾਂ ਦਾ ਸੁਭਾਅ ਵੱਖਰਾ ਵੱਖਰਾ ਸੀ। ਹੰਸ ਸ਼ਾਂਤ ਸੁਭਾਅ ਤੇ ਸੱਜਣ ਪ੍ਰਵਿਰਤੀ ਦਾ ਸੀ, ਜਦਕਿ ਕਾਂ ਦੁਸ਼ਟ ਸੁਭਾਅ ਦਾ ਸੀ। ਹੰਸ ਨੇ ਕਈ ਵਾਰੀ ਕਾਂ ਨੂੰ ਨੇਕ ਬਣਨ ਦੀ ਸਲਾਹ ਦਿੱਤੀ, ਪਰ ਉਹ ਨਾ ਮੰਨਿਆ। ਇੱਕ ਦਿਨ ਇੱਕ ਮੁਸਾਫਰ ਉਹਨਾਂ ਦੇ ਦਰਖਤ ਥੱਲੇ ਆ ਕੇ ਆਰਾਮ ਕਰਨ ਲੱਗਿਆ ਤੇ ਉਹ ਸੌ ਗਿਆ। ਥੋੜ੍ਹੀ ਦੇਰ ਬਾਅਦ ਪਰਛਾਈ ਬਦਲ ਗਈ ਤੇ ਉਸਦੇ ਮੂੰਹ ਉੱਤੇ ਧੁੱਪ ਆ ਗਈ। ਹੰਸ ਨੂੰ ਉਸ ਉੱਤੇ ਤਰਸ ਆਇਆ। ਉਹ ਮੁਸਾਫਰ ਦੇ ਉਤਲੀ ਟਾਹਣੀ ਉੱਤੇ ਆਪਣੇ ਖੰਭ ਫੈਲਾ ਕੇ ਬੈਠ ਗਿਆ ਤੇ ਮੁਸਾਫਰ ਨੂੰ ਛਾਂ ਕਰ ਦਿੱਤੀ। ਕਾਂ ਨੇ ਸੁੱਤੇ ਹੋਏ ਮੁਸਾਫਰ ਦੇ ਖੁੱਲ੍ਹੇ ਮੂੰਹ ਵਿੱਚ ਬਿੱਠ ਕਰ ਦਿੱਤੀ। ਜਦੋਂ ਮੁਸਾਫਰ ਉੱਠਿਆ ਤੇ ਉਸਨੇ ਸਮਝਿਆ ਕਿ ਹੰਸ ਨੇ ਬਿੱਠ ਕੀਤੀ ਹੈ, ਕਿਉਂਕਿ ਹੰਸ ਉਸਦੇ ਮੂੰਹ ਦੀ ਸੀਧ ਵਿੱਚ ਹੀ ਉੱਤੇ ਬੈਠਾ ਸੀ। ਉਸਨੇ ਝੱਟ ਹੀ ਹੰਸ ਨੂੰ ਫੜ ਕੇ ਉਸਤੇ ਛੁਰੀ ਮਾਰੀ। ਥੋੜ੍ਹੀ ਦੇਰ ਬਾਅਦ ਹੰਸ ਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ। ਕਾਂ ਦੀ ਭੈੜੀ ਸੰਗਤ ਨੇ ਉਸਨੂੰ ਮਰਵਾ ਦਿੱਤਾ। ਉਸਦੀ ਨਿਰਦੋਸ਼ ਅੱਖਾਂ ਵਿੱਚ ਇਹ ਸੁਨੇਹਾ ਸੀ, ਭੈੜੀ ਸੰਗਤ ਨੇ ਮੈਨੂੰ ਮਰਵਾ ਦਿੱਤਾ। ਹੁਣ ਆਪਾਂ ਪ੍ਰਸ਼ਨ ਨੰਬਰ 2 ਕਰਾਂਗੇ। ਹੰਸ ਨੇ ਕਾਂ ਨੂੰ ਕੀ ਕਿਹਾ? ਹੰਸ
ਸ਼ਾਂਤ ਸੁਭਾਅ ਦਾ ਤੇ ਕਾਂ ਦੁਸ਼ਟ ਸੁਭਾਅ ਦਾ ਸੀ। ਹੰਸ ਕਾਂ ਨੂੰ ਹਮੇਸ਼ਾ ਹੀ ਨੇਕ ਬਣਨ ਦੀ ਸਲਾਹ ਦਿੰਦਾ ਤੇ ਸਮਝਾਉਂਦਾ, ਭਾਈ ਕਾਵਾਂ ਇੰਜ ਨਾ ਕਰਿਆ ਕਰ। ਪਰ ਕਾਂ ਉਸ ਦੀ ਕਹੀ ਗਈ ਕਿਸੇ ਗੱਲ ਉੱਤੇ ਅਮਲ ਨਾ ਕਰਦਾ। ਹੁਣ ਆਪਾਂ ਪ੍ਰਸ਼ਨ ਨੰਬਰ 3 ਕਰਾਂਗੇ। ਮੁਸਾਫਰ ਲਈ ਹੰਸ ਨੇ ਕੀ ਕੀਤਾ? ਜਿਸ ਦਰਖਤ ਉੱਤੇ ਕਾਂ ਤੇ ਹੰਸ ਰਹਿੰਦੇ ਸਨ, ਇੱਕ ਦਿਨ ਉਸ ਦਰਖਤ ਥੱਲੇ ਇੱਕ ਮੁਸਾਫਰ ਆਰਾਮ ਕਰਨ ਲਈ ਸੋ ਗਿਆ। ਜਦੋਂ ਰੁੱਖ ਦਾ ਪਰਛਾਵਾਂ ਬਦਲਣ ਲੱਗਾ ਤਾਂ ਮੁਸਾਫਰ ਦੇ ਮੂੰਹ ਉੱਤੇ ਧੁੱਪ ਆ ਗਈ। ਹੰਸ ਉਸ ਨੂੰ ਧੁੱਪੇ ਸੁੱਤਿਆ ਪਿਆ ਦੇਖ ਕੇ ਆਪਣੇ ਖੰਭ ਟਾਹਣੀ ਉੱਤੇ ਖਿਲਾਰ ਕੇ ਬਹਿ ਗਿਆ, ਜਿਸ ਨਾਲ ਮੁਸਾਫਰ ਉੱਤੇ ਛਾਂ ਹੋ ਗਈ ਤੇ ਉਹ ਘੂਕ ਸੁੱਤਾ ਰਿਹਾ। ਪ੍ਰਸ਼ਨ ਨੰਬਰ 4, ਕਾਂ ਦੀ ਕਿਸ ਸ਼ਰਾਰਤ ਕਾਰਨ ਹੰਸ ਨੂੰ ਮੁਸੀਬਤ ਝੱਲਣੀ ਪਈ? ਜਦੋਂ ਕਾਂ ਨੇ ਦੇਖਿਆ ਕਿ ਮੁਸਾਫਰ ਰੁੱਖ ਦੇ ਹੇਠ ਮੂੰਹ ਅੱਡ ਕੇ ਘੁੱਕ ਸੁੱਤਾ ਪਿਆ ਹੈ ਤਾਂ ਉਸਨੇ ਆਪਣੇ ਦੁਰਸੁਭਾਅ ਕਰਕੇ ਉਸ ਦੇ ਮੂੰਹ ਵਿੱਚ ਵਿੱਠ ਕਰ ਦਿੱਤੀ ਤੇ ਉੱਡ ਕੇ ਦੂਜੇ ਰੁੱਖ ਉੱਤੇ ਜਾ ਬੈਠਾ ਤਾਂ ਜੋ ਮੁਸਾਫਰ ਇਸ ਕੰਮ ਲਈ ਹੰਸ ਨੂੰ ਦੋਸ਼ੀ ਸਮਝੇ। ਪ੍ਰਸ਼ਨ ਨੰਬਰ 5, ਕੀ ਹੰਸ ਨਿਰਦੋਸ਼ ਸੀ? ਹਾਂ ਤਾਂ ਕਿਵੇਂ? ਹੰਸ ਨਿਰਦੋਸ਼ ਸੀ ਕਿਉਂਕਿ ਉਹ ਧੁੱਪੇ ਸੁੱਤੇ ਪਏ ਮੁਸਾਫਰ ਨੂੰ ਟਹਿਣੀ ਉੱਤੋਂ ਬੈਠ ਕੇ ਆਪਣੇ ਖੰਭ ਖਿਲਾਰ ਕੇ ਛਾਂ ਕਰਦਾ ਹੈ। ਪਰ ਕਾਂ ਆਪਣੀ ਦੁਸ਼ਟਤਾ ਕਰਕੇ ਮੁਸਾਫਰ ਦੇ ਅੱਡੇ ਹੋਏ ਮੂੰਹ ਵਿੱਚ ਵਿੱਠ ਕਰਕੇ ਦੂਜੇ ਦਰਖਤ 'ਤੇ ਬੈਠ ਜਾਂਦਾ ਹੈ। ਮੁਸਾਫਰ ਸੋਚਦਾ ਹੈ ਕਿ ਵਿੱਠ ਹੰਸ ਨੇ ਕੀਤੀ ਹੈ। ਉਹ ਹੰਸ ਨੂੰ ਫੜ ਕੇ ਛੁਰੀ ਮਾਰ ਦਿੰਦਾ ਹੈ, ਜਿਸ ਨਾਲ ਨਿਰਦੋਸ਼ ਹੰਸ ਮਾਰਿਆ ਜਾਂਦਾ ਹੈ। ਪ੍ਰਸ਼ਨ ਨੰਬਰ 6, ਇਸ ਨੀਤੀ ਕਥਾ ਵਿੱਚ ਕੀ ਸੁਨੇਹਾ ਦਿੱਤਾ ਗਿਆ ਹੈ? ਕਾਂ ਤੇ ਹੰਸ ਦੀ ਇਸ ਨੀਤੀ ਕਥਾ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਭੈੜੀ ਸੰਗਤ ਚੰਗੇ ਤੋਂ ਚੰਗੇ ਸੱਜਣ ਪੁਰਖ ਨੂੰ ਤਬਾਹ ਕਰ ਦਿੰਦੀ ਹੈ। ਦੁਸ਼ਟ ਆਦਮੀ ਆਪਣੀ ਦੁਸ਼ਟਤਾ ਨਾ ਛੱਡ ਕੇ ਚੰਗੇ ਪੁਰਖ ਦੀ ਚੰਗਿਆਈ ਨੂੰ ਖਤਮ ਕਰਨਾ ਚਾਹੁੰਦਾ ਹੈ, ਜਿਸ ਦਾ ਫਲ ਚੰਗੇ ਆਦਮੀ ਨੂੰ ਭੋਗਣਾ ਪੈਂਦਾ ਹੈ ਤੇ ਉਹ ਨਿਰਦੋਸ਼ ਹੀ ਮਾਰਿਆ ਜਾਂਦਾ ਹੈ। ਇਹਨਾਂ ਪ੍ਰਸ਼ਨਾਂ ਨੂੰ ਆਪਣੀ ਨੋਟਬੁੱਕ ਵਾਲੀ ਕਾਪੀ ਵਿੱਚ ਲਿਖੋ ਤੇ ਕਾਰਿਆ ਪੱਤਰਕ 'ਤੇ ਕੰਮ ਕਰੋ। ਧੰਨਵਾਦ।